Hello students, in this lecture we discuss chapter number 2, Nature of Indian Economy. Nature of Indian economy becomes clear from the study of following features and aspects of Indian economy. First one is Indian economy is an underdeveloped economy. Second is Indian economy is a mixed economy. Third is Indian economy is a planned developing economy. Fourth is dualistic nature of Indian economy. And fifth one is sectoral distribution of Indian economy. In this lecture we discuss Indian economy is an underdeveloped economy. ਜਿਨ੍ਹਾਂ ਕੰਟਰੀਜ਼ ਦੇ ਵਿੱਚ ਪਰ ਕੈਪੀਟਾ ਇਨਕਮ ਬਹੁਤ ਜ਼ਿਆਦਾ ਹੁੰਦੀ ਹੈ ਲਾਈਕ ਅਮੈਰੀਕਾ, ਇੰਗਲੈਂਡ ਐਂਡ ਜਾਪਾਨ, ਇਹਨਾਂ ਦੇ ਵਿੱਚ ਜਿਹੜੀ ਪਰ ਕੈਪੀਟਾ ਇਨਕਮ ਆ ਐਜ਼ ਕੰਪੇਅਰ ਟੂ ਲਾਈਕ ਇੰਡੀਆ, ਪਾਕਿਸਤਾਨ, ਸ਼੍ਰੀਲੰਕਾ ਐਂਡ ਬੰਗਲਾਦੇਸ਼ ਬਹੁਤ ਜ਼ਿਆਦਾ ਆ। ਅਮੈਰੀਕਾ, ਇੰਗਲੈਂਡ ਅਤੇ ਜਾਪਾਨ ਦੇ ਵਿੱਚ ਪਰ ਕੈਪੀਟਾ ਇਨਕਮ ਉਹਨਾਂ ਨੂੰ ਅਸੀਂ ਡਿਵੈਲਪ ਕੰਟਰੀਜ਼ ਕਹਿੰਦੇ ਹਾਂ। ਜਿਨ੍ਹਾਂ ਦੇ ਵਿੱਚ ਪਰ ਕੈਪੀਟਾ ਇਨਕਮ ਘੱਟ ਹੁੰਦੀ ਆ ਉਹਨਾਂ ਨੂੰ ਅਸੀਂ ਅੰਡਰ ਡਿਵੈਲਪਡ ਇਕੋਨਮੀਜ਼ ਕਿਹਾ ਜਾਂਦਾ ਆ। ਨੈਕਸਟ ਇਜ਼ ਥਿਊਰੀ ਆਫ ਅੰਡਰ ਡਿਵੈਲਪਮੈਂਟ। ਦੋ ਤਰ੍ਹਾਂ ਦੀਆਂ ਥਿਊਰੀ ਸੀਗੀਆਂ। ਫਸਟ ਵਨ ਇਜ਼ ਥਿਊਰੀ ਆਫ ਵਿਸ਼ੀਅਸ ਸਰਕਲ ਆਫ ਪਾਵਰਟੀ। ਵਿਸ਼ੀਅਸ ਸਰਕਲ ਆਫ ਪਾਵਰਟੀ ਦੀ ਜਿਹੜੀ ਥਿਊਰੀ ਸੀ ਉਹ ਨਰਕਸੇ ਨੇ ਦਿੱਤੀ ਸੀ। ਅਕੋਰਡਿੰਗ ਟੂ ਨਰਕਸੇ ਕਿਸੇ ਵੀ ਇਕੋਨਮੀ ਦੇ ਅੰਡਰ ਡਿਵੈਲਪਡ ਹੋਣ ਦਾ ਮੇਨ ਰੀਜ਼ਨ ਕੀ ਆ? ਵਿਸ਼ੀਅਸ ਸਰਕਲ ਆਫ ਪਾਵਰਟੀ। ਦੈਟ ਮੀਨਸ ਕਿ ਪਾਵਰਟੀ ਬਹੁਤ ਵੱਡਾ ਰੀਜ਼ਨ ਆ ਕਿਸੇ ਵੀ ਇਕੋਨਮੀ ਦੇ ਅੰਡਰ ਡਿਵੈਲਪਮੈਂਟ ਹੋਣ ਦਾ। ਪਾਵਰਟੀ ਦੇ ਕਾਰਨ ਜਿਹੜਾ ਇਨਕਮ ਲੈਵਲ ਆ ਉਹ ਵੀ ਲੋ ਰਹਿੰਦਾ, ਲੋ ਸੇਵਿੰਗ ਰਹਿੰਦੀ ਆ, ਲੋ ਕੈਪੀਟਲ ਰਹਿੰਦੀ ਆ ਐਂਡ ਪ੍ਰੋਡਕਟੀਵਿਟੀ ਵੀ ਕੀ ਹੁੰਦੀ ਆ? ਲੋ ਰਹਿੰਦੀ ਆ। ਲਾਈਕ ਜਿਵੇਂ ਕਿ ਇਸ ਫਿਗਰ ਦੇ ਵਿੱਚ ਦੱਸਿਆ ਗਿਆ ਕਿ ਜਦੋਂ ਇਨਕਮ ਲੈਵਲ ਘੱਟ ਆ, ਇਨਕਮ ਘੱਟ ਹੋਣ ਦੇ ਕਾਰਨ ਸੇਵਿੰਗ ਘੱਟ ਹੁੰਦੀ ਆ, ਸੇਵਿੰਗ ਘੱਟ ਹੋਣ ਕਾਰਨ ਇਨਵੈਸਟਮੈਂਟ ਘੱਟ ਹੁੰਦੀ ਹੈ, ਇਨਵੈਸਟਮੈਂਟ ਘੱਟ ਹੋਣ ਕਾਰਨ ਪ੍ਰੋਡਕਸ਼ਨ ਘੱਟ ਹੁੰਦੀ ਹੈ, ਪ੍ਰੋਡਕਸ਼ਨ ਅਗਰ ਘੱਟ ਹੋਏਗੀ ਤਾਂ ਆਟੋਮੈਟਿਕਲੀ ਐਮਪਲੋਇਮੈਂਟ ਨਹੀਂ ਹੋਏਗਾ, ਐਮਪਲੋਇਮੈਂਟ ਨਹੀਂ ਹੋਏ ਤਾਂ ਲੋਕਾਂ ਕੋਲ ਇਨਕਮ ਨਹੀਂ ਹੋਏਗੀ। ਇਸ ਤਰ੍ਹਾਂ ਇੱਕ ਵਿਸ਼ੀਅਸ ਸਰਕਲ ਆਫ ਪਾਵਰਟੀ ਦਾ ਚੱਲਦਾ ਰਹਿੰਦਾ ਜਿਸ ਕਾਰਨ ਇਕੋਨਮੀ ਅੰਡਰ ਡਿਵੈਲਪ ਹੀ ਰਹਿੰਦੀ ਆ। ਅਕੋਰਡਿੰਗ ਟੂ ਨਰਕਸੇ ਇਸ ਵਿਸ਼ੀਅਸ ਸਰਕਲ ਆਫ ਪਾਵਰਟੀ ਨੂੰ ਬ੍ਰੇਕ ਡਾਊਨ ਕਰਨ ਦੇ ਲਈ ਅੰਡਰ ਡਿਵੈਲਪ ਇਕੋਨਮੀਜ਼ ਨੂੰ ਆਪਣੀ ਰੇਟ ਆਫ ਸੇਵਿੰਗ ਅਤੇ ਜਿਹੜੀ ਕੈਪੀਟਲ ਫਾਰਮੇਸ਼ਨ ਨੂੰ ਇਨਕਰੀਜ਼ ਕਰਨਾ ਚਾਹੀਦਾ ਹੈ। ਨੈਕਸਟ ਇਜ਼ ਥਿਊਰੀ ਆਫ ਲੋ ਇਨਕਮ ਲੈਵਲ ਇਕੁਲਿਬਰੀਅਮ। ਪ੍ਰੋਫੈਸਰ ਹਾਰਵੇ ਲਿਬਸਟੀਨ। ਲੋ ਲੈਵਲ ਇਨਕਮ ਦੀ ਜਿਹੜੀ ਥਿਊਰੀ ਸੀਗੀ ਉਹ ਹਾਰਵੇ ਲਿਬਸਟੀਨ ਨੇ ਦਿੱਤੀ ਸੀਗੀ। ਉਸਦੇ ਅਕੋਰਡਿੰਗ ਕਿ ਜਦੋਂ ਵੀ ਕਿਸੇ ਅੰਡਰ ਡਿਵੈਲਪ ਇਕੋਨਮੀ ਦੇ ਵਿੱਚ ਅਸੀਂ ਕਿਸੇ ਚੀਜ਼ ਗਰੋਥ ਨੂੰ ਜਾਂ ਡਿਵੈਲਪ ਕਰਨ ਨੂੰ ਕੁਝ ਇਨਵੈਸਟਮੈਂਟ ਕਰਦੇ ਹਾਂ ਜਾਂ ਕੁਛ ਵੀ ਕਰਦੇ ਹਾਂ, ਉਸ ਦੇ ਨਾਲ ਕੀ ਹੁੰਦਾ ਕਿ ਜਿਹੜੀ ਪਰ ਕੈਪੀਟਾ ਇਨਕਮ ਇਨਕਰੀਜ਼ ਹੁੰਦੀ ਆ ਬਟ ਉਸ ਤੋਂ ਬਾਅਦ ਕੁਝ ਸਮ ਫੋਰਸਿਸ ਇਸ ਤਰ੍ਹਾਂ ਦੀਆਂ ਹੁੰਦੀਆਂ ਆ ਜਿਹੜਾ ਰੇਟ ਆਫ ਗਰੋਥ ਨੂੰ ਫਿਰ ਘੱਟ ਕਰ ਦਿੰਦੀਆਂ, ਫਿਰ ਡਿਕਰੀਜ਼ ਕਰ ਦਿੰਦੀਆਂ। ਉਸਨੇ ਤਿੰਨ ਤਰ੍ਹਾਂ ਦੇ ਫੋਰਸਿਸ ਦੱਸੀਆਂ ਸੀ ਜਿਸ ਦੇ ਕਾਰਨ ਗਰੋਥ ਘੱਟ ਹੁੰਦੀ ਆ ਅੰਡਰ ਡਿਵੈਲਪ ਇਕੋਨਮੀ ਦੇ ਵਿੱਚ। ਫਸਟ ਵਨ ਇਜ਼ ਪੋਪੂਲੇਸ਼ਨ ਐਕਸਪਲੋਜ਼ਨ, ਸੈਕਿੰਡ ਇਜ਼ ਲੈਸ ਕੈਪੀਟਲ ਫਾਰਮੇਸ਼ਨ ਐਂਡ ਥਰਡ ਵਨ ਇਜ਼ ਰਾਈਜ਼ਿੰਗ ਐਕਸਪੈਕਟੇਸ਼ਨ ਆਫ ਦੀ ਪੀਪਲ। Next, features of Indian economy on as an underdeveloped economy. First one is stagnant per capita income. ਇੰਡੀਪੈਂਡੈਂਸ ਦੇ ਟਾਈਮ ਜਿਹੜੀ ਗਰੋਥ ਰੇਟ ਆਫ ਪਰ ਕੈਪੀਟਾ ਇਨਕਮ ਸੀ ਉਹ ਲੈਸ ਦੈਨ 1% ਸੀ ਪਰ ਐਨੂਅਮ। ਇੰਡੀਪੈਂਡੈਂਸ ਤੋਂ ਬਾਅਦ ਨੋ ਡਾਊਟ ਥੋੜ੍ਹਾ ਜਿਹਾ ਉਹਦੇ ਵਿੱਚ ਇਨਕਰੀਜ਼ ਹੋਇਆ ਬਟ ਜਿਹੜਾ ਇਨਕਰੀਜ਼ ਸੀ ਪਰ ਕੈਪੀਟਾ ਇਨਕਮ ਦੇ ਵਿੱਚ ਉਹ ਬਹੁਤ ਹੀ ਘੱਟ ਸੀ। ਲਾਈਕ ਥਰਡ ਪਲਾਨ ਦੇ ਵਿੱਚ ਇਟ ਡਿਕਲਾਈਨ 0.2% ਦਾ ਇਹਦੇ ਵਿੱਚ ਡਿਕਲਾਈਨ ਹੋ ਗਿਆ ਸੀ। ਡਿਊਰਿੰਗ ਦਾ ਪੀਰੀਅਡ 1950-51 ਐਂਡ 2018-19 ਜਿਹੜਾ ਐਨੂਅਲ ਰੇਟ ਆਫ ਇਨਕਰੀਜ਼ ਸੀ ਪਰ ਕੈਪੀਟਾ ਇਨਕਮ ਦੇ ਵਿੱਚ ਉਹ ਜਸਟ 3% ਸੀ। ਦੈਟ ਮੀਨਸ ਕਿ ਜਿਹੜੀ ਇੰਡੀਅਨ ਇਕੋਨਮੀ ਦੇ ਵਿੱਚ ਜਿਹੜੀ ਗਰੋਥ ਰੇਟ ਸੀ ਉਹ ਬਹੁਤ ਘੱਟ ਸੀਗਾ ਇਨਕਰੀਜ਼ ਰੇਟ। ਸੈਕਿੰਡ ਪੁਆਇੰਟ ਇਜ਼ ਲੋ ਲੈਵਲ ਆਫ ਪਰ ਕੈਪੀਟਾ ਇਨਕਮ। ਜਿਹੜੀ ਇੰਡੀਆ ਦੀ ਪਰ ਕੈਪੀਟਾ ਇਨਕਮ ਸੀ ਉਹ ਬਹੁਤ ਹੀ ਘੱਟ ਸੀ ਐਜ਼ ਕੰਪੇਅਰ ਟੂ ਅਦਰ ਕੰਟਰੀਜ਼ ਆਫ ਦੀ ਵਰਲਡ। ਸਪੋਜ਼ ਆ ਟੇਬਲ ਦੇ ਵਿੱਚ ਸ਼ੋ ਆ ਕਿ ਪਰ ਕੈਪੀਟਾ ਇਨਕਮ ਗਿਵਨ ਆ USA ਡਾਲਰ ਦੇ ਵਿੱਚ। USA ਦੀ ਪਰ ਕੈਪੀਟਾ ਇਨਕਮ ਸੀ 59,160 ਜਦਕਿ ਇੰਡੀਆ ਦੀ ਜਿਹੜੀ ਪਰ ਕੈਪੀਟਾ ਇਨਕਮ ਸੀ ਓਨਲੀ 1,790 ਐਂਡ ਇੰਡੀਆ ਦੀ ਜਿਹੜੀ ਰੈਂਕਿੰਗ ਸੀ ਇਨ ਟਰਮ ਆਫ ਪਰ ਕੈਪੀਟਾ ਇਨਕਮ 78th ਸੀਗੀ ਆਲ ਓਵਰ ਦੀ ਵਰਲਡ ਦੇ ਵਿੱਚ, 78th ਨੈਸ਼ਨ। ਨਾਓ ਥਰਡ ਪੁਆਇੰਟ ਇਜ਼ ਲੋ ਸਟੈਂਡਰਡ ਆਫ ਲਿਵਿੰਗ। ਪਰ ਕੈਪੀਟਾ ਇਨਕਮ ਦੇ ਘੱਟ ਹੋਣ ਦੇ ਕਾਰਨ ਜਿਹੜਾ ਲੋਕਾਂ ਦਾ ਲੈਵਲ ਆਫ ਕੰਜ਼ੰਪਸ਼ਨ ਸੀਗਾ ਨਸੈਸਰੀਜ਼ ਗੁੱਡਸ ਦਾ ਲਾਈਕ ਫੂਡ, ਕਲੋਥਿੰਗ ਐਂਡ ਸ਼ੈਲਟਰ ਦਾ ਉਹ ਵੀ ਬਹੁਤ ਲੋ ਲੈਵਲ ਦਾ ਸੀ। ਇੰਡੀਆ ਦੇ ਵਿੱਚ 1999 ਦੇ ਵਿੱਚ ਐਵਰੇਜ ਇਨਟੇਕ ਆਫ ਇੰਡੀਵਿਜੂਅਲ ਜਿਹੜਾ ਸੀਗਾ 2496 ਕੈਲਰੀ ਸੀਗੀਆਂ ਪਰ ਡੇ ਬਟ
ਡੈਵਲਪਡ ਕੰਟਰੀਜ਼ ਦੇ ਵਿੱਚ ਜਿਹੜਾ ਐਵਰੇਜ ਇਨਟੇਕ ਆਫ ਇੰਡੀਵਿਜੂਅਲ ਸੀ ਉਹ ਸੀਗਾ 3400 ਕੈਲਰੀਜ਼। ਦੈਟ ਮੀਨਸ ਕਿ ਇੰਡੀਆ ਦੇ ਜਿਹੜਾ ਜ਼ਿਆਦਾਤਰ ਪੀਪਲ ਸੀਗੇ ਉਹਨਾਂ ਉਹ ਬੈਲੈਂਸ ਡਾਈਟ ਤੱਕ ਵੀ ਨਹੀਂ ਲੈ ਪਾਉਂਦੇ ਸੀਗੇ। ਇਸ ਕਾਰਨ ਉਹਨਾਂ ਦਾ ਜਿਹੜਾ ਸਟੈਂਡਰਡ ਆਫ ਲਿਵਿੰਗ ਵੀ ਉਹ ਵੀ ਬਹੁਤ ਲੋ ਹੁੰਦਾ ਸੀ। ਸਟੈਂਡਰਡ ਆਫ ਲਿਵਿੰਗ ਲੋ ਹੋਣ ਦੇ ਕਾਰਨ ਉਹਨਾਂ ਦੀ ਐਫੀਸ਼ੀਐਂਸੀ ਘੱਟ ਹੁੰਦੀ ਸੀ। ਐਫੀਸ਼ੀਐਂਸੀ ਘੱਟ ਹੋਣ ਦੇ ਕਾਰਨ ਉਹਨਾਂ ਦੀ ਪ੍ਰੋਡਕਟੀਵਿਟੀ ਘੱਟ ਹੁੰਦੀ ਸੀ। ਪ੍ਰੋਡਕਟੀਵਿਟੀ ਘੱਟ ਹੋਣ ਦੇ ਕਾਰਨ ਉਹਨਾਂ ਦੀ ਇਨਕਮ ਘੱਟ ਹੁੰਦੀ ਸੀ। ਇਨਕਮ ਘੱਟ ਹੋਣ ਦੇ ਕਾਰਨ ਅਗੇਨ ਜਿਹੜੇ ਪੂਅਰ ਹੁੰਦੇ ਸੀ ਉਹ ਹੋਰ ਪੂਅਰ ਹੋ ਜਾਂਦੇ ਸੀ। ਨੈਕਸਟ ਇਜ਼ ਅਨਇਕੁਅਲ ਡਿਸਟਰੀਬਿਊਸ਼ਨ ਆਫ ਇਨਕਮ ਐਂਡ ਵੈਲਥ। ਅਨਇਕੁਅਲ ਡਿਸਟਰੀਬਿਊਸ਼ਨ ਆਫ ਇਨਕਮ ਐਂਡ ਵੈਲਥ ਇੰਡੀਆ ਦੇ ਵਿੱਚ ਜਿੱਥੇ ਇੱਕ ਤਾਂ ਪਰ ਕੈਪੀਟਾ ਇਨਕਮ ਜਿਹੜੀ ਬਹੁਤ ਘੱਟ ਸੀ, ਔਨ ਦਾ ਅਦਰ ਹੈਂਡ ਇਨਇਕੁਐਲਿਟੀ ਸੀ ਡਿਸਟਰੀਬਿਊਸ਼ਨ ਆਫ ਵੈਲਥ ਐਂਡ ਇਨਕਮ ਦੇ ਵਿੱਚ। ਇਨਕਮ ਅਤੇ ਵੈਲਥ ਦੀ ਜਿਹੜੀ ਡਿਸਟਰੀਬਿਊਸ਼ਨ ਸੀ ਉਹਦੇ ਵਿੱਚ ਇਨਇਕੁਐਲਿਟੀ ਸੀ। ਵਰਲਡ ਡਿਵੈਲਪਮੈਂਟ ਰਿਪੋਰਟ 2070 ਦੇ ਅਕੋਰਡਿੰਗ ਇੰਡੀਆ ਦੇ ਜਿਹੜੇ ਪੂਅਰੈਸਟ 10% ਪਾਪੂਲੇਸ਼ਨ ਸੀ ਉਹ ਸਿਰਫ ਉਹਨਾਂ ਨੂੰ ਨੈਸ਼ਨਲ ਇਨਕਮ ਦਾ ਸਿਰਫ 3.6% ਹਿੱਸਾ ਹੀ ਮਿਲਦਾ ਸੀ, ਜਦ ਕਿ ਜਿਹੜੇ ਰਿਚੈਸਟ 10% ਲੋਕੀ ਸੀ, ਅਮੀਰ 10% ਪਾਪੂਲੇਸ਼ਨ ਸੀ, ਉਹਨਾਂ ਨੂੰ 29.8% ਆਫ ਨੈਸ਼ਨਲ ਇਨਕਮ ਦਾ ਪਾਰਟਸ ਮਿਲਦਾ ਸੀਗਾ। ਦੈਟ ਮੀਨਸ ਕਿ ਇਨਇਕੁਐਲਿਟੀ ਬਹੁਤ ਜ਼ਿਆਦਾ ਸੀ। ਜਿਹੜੀਆਂ ਡਿਵੈਲਪ ਕੰਟਰੀਆਂ ਹੁੰਦੀਆਂ ਲਾਈਕ ਜਪੈਨ, ਅਮੈਰੀਕਾ, ਇੰਗਲੈਂਡ ਆ, ਇਹਨਾਂ ਵਿੱਚ ਜਿਹੜੀ ਇਨਇਕੁਐਲਿਟੀਜ਼ ਹੁੰਦੀ ਹੈ, ਇਨਇਕੁਐਲਿਟੀ ਇਨ ਦੀ ਡਿਸਟਰੀਬਿਊਸ਼ਨ ਆਫ ਵੈਲਥ ਐਂਡ ਇਨਕਮ, ਜਿਹੜੇ ਰਿਚ ਪੀਪਲ ਹੁੰਦੇ ਆ ਉਹ ਕੀ ਕਰਦੇ, ਉਹ ਆਪਣੀ ਇਨਕਮ ਦਾ ਜਿਹੜਾ ਜ਼ਿਆਦਾ ਪਾਰਟ ਉਹ ਸੇਵ ਕਰ ਲੈਂਦੇ ਆ। ਸੇਵ ਕਰਕੇ ਉਹਨੂੰ ਇਨਵੈਸਟ ਕਰ ਦਿੰਦੇ ਆ। ਇਨਵੈਸਟਮੈਂਟ ਕਰਨ ਦੇ ਨਾਲ ਕੀ ਕੈਪੀਟਲ ਫਾਰਮੇਸ਼ਨ ਇਨਕਰੀਜ਼ ਹੋ ਜਾਂਦੀ ਹੈ। ਐਜ਼ ਏ ਰਿਜ਼ਲਟ ਜਿਹੜੀ ਇਕੋਨਮੀ ਦੀ ਗਰੋਥ ਰੇਟ ਆ ਉਹ ਐਸਲੀਰੇਟ ਹੋ ਜਾਂਦੀ ਹੈ ਜਾਂ ਤੇਜ਼ ਹੋ ਜਾਂਦੀ ਹੈ। ਬਟ ਇੰਡੀਆ ਦੇ ਵਿੱਚ ਜਿਹੜੇ ਰਿਚ ਪਰਸਨ ਆ ਉਹ ਕੀ ਜ਼ਿਆਦਾ ਉਹ ਆਪਣੀ ਕੰਜ਼ੰਪਸ਼ਨ ਗੁੱਡਸ ਲਾਈਕ ਜਵੈਲਰੀ, ਜਰਮਸ, ਗੋਲਡਸ ਐਂਡ ਸਿਲਵਰਸ 'ਤੇ ਸਪੈਂਡ ਕਰ ਦਿੰਦੀ ਆਪਣੀ ਜ਼ਿਆਦਾ ਪੈਸਾ ਐਂਡ ਲੈਵਿਸ਼ ਥਿੰਗਸ 'ਤੇ ਜ਼ਿਆਦਾ ਐਕਸਪੈਂਡੀਚਰ ਕਰਦੇ ਆ, ਜਿਸ ਕਾਰਨ ਉਹਨਾਂ ਕੋਲ ਸੇਵਿੰਗ ਇੰਨੀ ਜ਼ਿਆਦਾ ਨਹੀਂ ਹੁੰਦੀ। ਸੇਵਿੰਗ ਘੱਟ ਹੋਣ ਕਾਰਨ ਇਨਵੈਸਟਮੈਂਟ ਘੱਟ ਹੁੰਦੀ, ਜਿਸ ਕਾਰਨ ਦੇਸ਼ ਜਿਹੜੀ ਇਕੋਨਮੀ ਦੀ ਗਰੋਥ ਰੇਟ ਆ ਉਹ ਵੀ ਘੱਟ ਹੁੰਦੀ ਆ। ਨੈਕਸਟ ਇਜ਼ ਐਕਸੈਸਿਵ ਡਿਪੈਂਡੈਂਸ ਔਨ ਐਗਰੀਕਲਚਰ। ਇਨ ਇੰਡੀਆ ਐਜ਼ ਪਰ NSSO ਸਰਵੇ, ਇੰਡੀਆ ਦੀ ਜਿਹੜੀ 46.2% ਆਫ ਪਾਪੂਲੇਸ਼ਨ ਆ ਉਹ ਐਗਰੀਕਲਚਰ ਦੇ ਉੱਪਰ ਡਿਪੈਂਡ ਕਰਦੀ ਆ। ਇਨ 2018 ਐਂਡ ਇਨ 19 ਜਿਹੜਾ ਐਗਰੀਕਲਚਰ ਦਾ ਕੰਟਰੀਬਿਊਟ ਸੀ ਨੈਸ਼ਨਲ ਇਨਕਮ ਦੇ ਵਿੱਚ ਉਹ ਸਿਰਫ 16% ਸੀ, 16%। ਦੈਟ ਮੀਨਸ ਕਿ ਜਿਹੜੀ ਇੰਡੀਆ ਦੀ 46.2% ਪਾਪੂਲੇਸ਼ਨ ਐਗਰੀਕਲਚਰ 'ਤੇ ਡਿਪੈਂਡ ਆ, ਉੱਥੇ ਵਰਕ ਕਰਦੀ ਆ, ਬਟ ਉਹਦਾ ਨੈਸ਼ਨਲ ਇਨਕਮ 'ਤੇ ਜਿਹੜਾ ਕੰਟਰੀਬਿਊਟ ਹੈ ਜਸਟ 16% ਆ ਸਿਰਫ, ਜਦ ਕਿ 53.8% ਜਿਹੜੀ ਪਾਪੂਲੇਸ਼ਨ ਆ ਉਹ ਅੰਗੇਜਡ ਆ ਨੋਨ ਐਗਰੀਕਲਚਰ ਐਕਟੀਵਿਟੀਜ਼ ਵਿੱਚ, ਅਤੇ ਉਸਦਾ ਪ੍ਰੋਡਕਸ਼ਨ ਜਿਹੜਾ ਹੈਗਾ ਆ 84% ਆ ਨੈਸ਼ਨਲ ਇਨਕਮ ਦੇ ਵਿੱਚ, ਉਸਦਾ ਕੰਟਰੀਬਿਊਟ ਨੋਨ ਐਗਰੀਕਲਚਰ ਪਾਪੂਲੇਸ਼ਨ ਦਾ 84% ਆ। ਦੈਟ ਮੀਨਸ ਕਿ ਇਸ ਤੋਂ ਇਹ ਸ਼ੋ ਹੁੰਦਾ ਕਿ ਜਿਹੜੀ ਇੰਡੀਆ ਦੀ ਐਗਰੀਕਲਚਰ ਆ, ਐਗਰੀਕਲਚਰ ਸੈਕਟਰ ਉਹ ਹਜੇ ਵੀ ਬਹੁਤ ਜ਼ਿਆਦਾ ਬੈਕਵਰਡ ਆ। Too much dependence on agriculture is another sign of underdeveloped nature of Indian economy. For example, in 1810 ਦੇ ਵਿੱਚ ਅਮਰੀਕਾ ਦੀ ਜਿਹੜੀ 75% ਆਫ ਪਾਪੂਲੇਸ਼ਨ ਸੀ ਉਹ ਡਿਪੈਂਡ ਕਰਦੀ ਸੀ ਐਗਰੀਕਲਚਰ ਦੇ ਉੱਪਰ, ਬਟ ਕਰੰਟਲੀ ਹੁਣ ਸਿਰਫ 0.7% ਆਫ ਜਿਹੜੀ ਪਾਪੂਲੇਸ਼ਨ ਆ ਅਮਰੀਕਾ ਦੀ ਉਹ ਡਿਪੈਂਡ ਕਰਦੀ ਐਗਰੀਕਲਚਰ 'ਤੇ, ਓਨਲੀ 0.7% ਆਫ ਪਾਪੂਲੇਸ਼ਨ, ਜਦ ਕਿ ਇੰਡੀਆ ਦੇ ਵਿੱਚ 46.2% ਪਾਪੂਲੇਸ਼ਨ ਹਜੇ ਵੀ ਐਗਰੀਕਲਚਰ ਦੇ ਉੱਪਰ ਡਿਪੈਂਡ ਕਰਦੀ ਆ, ਜਿਸ ਕਾਰਨ ਕਿ ਇੰਡੀਆ ਜਿਹੜੀ ਆ ਹਜੇ ਵੀ ਇੱਕ ਬੈਕਵਰਡ ਇਕੋਨਮੀ ਆ। ਨੈਕਸਟ ਇਜ਼ ਲੈਕ ਆਫ ਪ੍ਰੋਪਰ ਇੰਡਸਟਰੀਅਲਾਈਜੇਸ਼ਨ। ਲੈਕ ਆਫ ਪ੍ਰੋਪਰ ਇੰਡਸਟਰੀਅਲਾਈਜੇਸ਼ਨ, ਰੇਟ ਆਫ ਇੰਡਸਟਰੀਅਲ ਡਿਵੈਲਪਮੈਂਟ ਜਿਹੜਾ ਇੰਡੀਆ ਦੇ ਵਿੱਚ ਉਹ ਬਹੁਤ ਹੀ ਸਲੋ ਆ। ਮੈਨੀ ਇੰਪੋਰਟੈਂਟ ਇੰਡਸਟਰੀਜ਼ ਦੀ ਹਜੇ ਵੀ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਕਮੀ ਆ। ਭਾਵੇਂ ਇੰਡੀਪੈਂਡੈਂਸ ਤੋਂ ਪਹਿਲਾਂ ਜਿਹੜੀ ਮੈਨੀ ਕੰਜ਼ਿਊਮਰ ਗੁੱਡ ਸੀਗੀ ਲਾਈਕ ਟੈਕਸਟਾਈਲ, ਸ਼ੂਗਰ, ਫਾਰਮਾਕਿਊਟੀਕਲ, ਉਹਨਾਂ ਵਿੱਚ ਥੋੜ੍ਹਾ ਜਿਹਾ ਡਿਵੈਲਪਮੈਂਟ ਹੋਈ ਆ, ਬਟ ਹਜੇ ਵੀ ਬੇਸਿਕ ਅਤੇ ਪ੍ਰੋਡਿਊਸਰ ਗੁੱਡਸ ਲਾਈਕ ਇੰਡਸਟਰੀਜ਼ ਆ, ਮਸ਼ੀਨ ਟੂਲਸ ਹੋ ਗਈ ਇੰਡਸਟਰੀ, ਕੈਮੀਕਲ, ਫਰਟੀਲਾਈਜ਼ਰ ਇੰਡਸਟਰੀ ਸੈਕਟਰਸ, ਇਹਨਾਂ ਦੀ ਹਜੇ ਚੰਗੀ ਤਰ੍ਹਾਂ ਪ੍ਰੋਪਰ ਡਿਵੈਲਪਮੈਂਟ ਨਹੀਂ ਹੋਈ ਹੈਗੀ ਇਹਨਾਂ ਦੀ। ਨੋ ਡਾਊਟ ਜਿਹੜੀ ਲਾਰਜ ਸਕੇਲ ਇੰਡਸਟਰੀ ਸੀਗੀ ਉਹ ਕਾਫੀ ਟਾਈਮ ਪਹਿਲਾਂ ਸੈਟਅਪ ਹੋ ਗਈਆਂ ਸੀ, ਬਟ ਫਿਰ ਹਜੇ ਤੱਕ ਫਿਰ ਵੀ ਉਹ ਸਿਰਫ 75 ਲੱਖ ਜਿਹੜੇ ਪਰਸਨ ਆ ਉਹਨਾਂ ਨੂੰ ਐਮਪਲੋਇਮੈਂਟ ਦੇ ਸਕੀ ਆ। ਦੈਟ ਮੀਨਸ ਕਿ ਸਿਰਫ 4% ਆਫ ਦੀ ਟੋਟਲ ਐਮਪਲੋਇਮੈਂਟ ਗਿਵਨ ਆ ਲਾਰਜ ਸਕੇਲ ਇੰਡਸਟਰੀ ਦੇ ਵਿੱਚ। ਇਨ
2018 ਐਂਡ 19 ਦੇ ਵਿੱਚ ਜਿਹੜੀ ਮੈਨੂਫੈਕਚਰਿੰਗ ਇੰਡਸਟਰੀਜ਼ ਆ ਐਂਡ ਕੰਸਟਰਕਸ਼ਨ ਐਕਟੀਵਿਟੀਜ਼ ਆ ਉਹਨਾਂ ਦਾ ਨੈਸ਼ਨਲ ਇਨਕਮ ਦੇ ਵਿੱਚ ਜਿਹੜਾ ਕੰਟਰੀਬਿਊਟ ਸੀ 29.8% ਸੀ, ਜਦ ਕਿ ਚਾਈਨਾ ਵਿੱਚ ਇਹ ਜਿਹੜਾ ਕੰਟਰੀਬਿਊਟ ਸੀ ਮੈਨੂਫੈਕਚਰਿੰਗ ਸੈਕਟਰ ਦਾ 40.5% ਸੀ। ਇੰਡਸਟਰੀ ਸੈਕਟਰ ਦੇ ਇਸ ਬੈਕਵਰਡਨੈਸ ਦੇ ਕਾਰਨ ਜਿਹੜੀ ਗਰੋਥ ਰੇਟ ਘੱਟ ਸੀ ਇੰਡਸਟਰੀਅਲ ਸੈਕਟਰ ਦੀ, ਜਿਸ ਕਾਰਨ ਪ੍ਰੋਡਕਟੀਵਿਟੀ ਘੱਟ ਸੀ, ਉਸ ਵਿੱਚ ਐਮਪਲੋਇਮੈਂਟ ਘੱਟ ਸੀ, ਜਿਸ ਕਾਰਨ ਵੀ ਇਹ ਵੀ ਇੱਕ ਰੀਜ਼ਨ ਆ ਜਿਸ ਕਾਰਨ ਕਿਹੜਾ ਐਗਰੀਕਲਚਰ ਸੈਕਟਰ ਦੇ ਉੱਤੇ ਪੋਪੂਲੇਸ਼ਨ ਦਾ ਪ੍ਰੈਸ਼ਰ ਜ਼ਿਆਦਾ ਸੀ, ਜਿਸ ਕਾਰਨ ਜਿਹੜੀ ਇੰਡੀਅਨ ਇਕੋਨਮੀ ਹੈ ਇੱਕ ਅੰਡਰ ਡਿਵੈਲਪ ਇਕੋਨਮੀ ਆ। ਨੈਕਸਟ ਇਜ਼ ਲੈਕ ਆਫ ਪ੍ਰੋਪਰ ਬੈਂਕਿੰਗ ਫੈਸਿਲਿਟੀਜ਼। ਲੈਕ ਆਫ ਪ੍ਰੋਪਰ ਬੈਂਕਿੰਗ ਐਂਡ ਫੈਸਿਲਿਟੀ ਵੀ ਇੱਕ ਰੀਜ਼ਨ ਆ ਇੰਡੀਆ ਦੀ ਇਕੋਨਮੀ ਦੇ ਅੰਡਰ ਡਿਵੈਲਪਮੈਂਟ ਹੋਣ ਦੇ ਕਾਰਨ। ਬੈਂਕਿੰਗ ਫੈਸਿਲਿਟੀਜ਼ ਲਾਈਕ ਕ੍ਰੈਡਿਟ ਫੈਸਿਲਿਟੀ ਇਹ ਸਾਰੀਆਂ ਜਿਹੜੀਆਂ ਸਪੈਸ਼ਲੀ ਰੂਰਲ ਏਰੀਆ ਦੇ ਵਿੱਚ ਪ੍ਰੋਪਰ ਤਰ੍ਹਾਂ ਡਿਵੈਲਪ ਨਹੀਂ ਹੋਈਆਂ ਅਜੇ ਤੱਕ ਵੀ। ਮੋਸਟ ਆਫ ਦੀ ਜਿਹੜੀ ਪੋਪੂਲੇਸ਼ਨ ਆ ਇੰਡੀਆ ਦੀ ਜਿਹੜੀ ਉਹ ਐਗਰੀਕਲਚਰ ਅਤੇ ਸਮੋਲ ਇੰਡਸਟਰੀ ਦੇ ਉੱਪਰ ਡਿਪੈਂਡ ਕਰਦੀ ਆ। ਜਿਹੜੇ ਪੂਅਰ ਅਤੇ ਸਮੋਲ ਫਾਰਮਰਸ ਹੁੰਦੇ ਆ ਅਤੇ ਸਮੋਲ ਐਂਟਰਪ੍ਰੀਨੋਰਸ ਉਹਨਾਂ ਨੂੰ ਪ੍ਰੋਪਰ ਕ੍ਰੈਡਿਟ ਮਤਲਬ ਕਿ ਲੋਨ ਨਹੀਂ ਮਿਲਦਾ ਚੀਪ ਰੇਟ 'ਤੇ, ਘੱਟ ਰੇਟ ਆਫ ਇੰਟਰਸਟ 'ਤੇ। ਇਸ ਕਰਕੇ ਉਹ ਜਿਹੜੇ ਲੋਨ ਆ ਉਹ ਪਿੰਡਾਂ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਮਿਡਲਸਮੈਨ ਹੁੰਦੇ ਆ ਜਿਹੜੇ ਸ਼ਾਹੂਕਾਰ ਟਾਈਪ ਉਹਨਾਂ ਤੋਂ ਹੀ ਲੈਣਾ ਪੈਂਦਾ, ਜੋ ਕਿ ਉਹਨਾਂ ਦਾ ਰੇਟ ਆਫ ਇੰਟਰਸਟ ਬਹੁਤ ਹਾਈ ਚਾਰਜ ਕਰਦੇ ਆ, ਜਿਸ ਕਾਰਨ ਜਿਹੜੀ ਉਹਨਾਂ ਦੀ ਸੇਵਿੰਗ ਆ ਜਿਹੜਾ ਉਹਨਾਂ ਨੂੰ ਪ੍ਰੋਫਿਟ ਹੁੰਦਾ ਆ ਪ੍ਰੋਫਿਟ ਦੇ ਵਿੱਚੋਂ ਉਸ ਕਰਕੇ ਜਿਹੜੀ ਉਹਨਾਂ ਨੂੰ ਇਨਕਮ ਹੁੰਦੀ ਉਹਦੇ ਵਿੱਚੋਂ ਸੇਵਿੰਗ ਉਹਨਾਂ ਨੂੰ ਬਿਲਕੁਲ ਨਹੀਂ ਹੁੰਦੀ, ਕਿਉਂਕਿ ਸਾਰਾ ਜਿਹੜਾ ਉਹਨਾਂ ਦਾ ਪੈਸਾ ਆ ਇਨਕਮ ਉਹ ਸਾਰੀ ਉਹਨਾਂ ਦੀ ਲੋਨ ਅਤੇ ਰੇਟ ਆਫ ਇੰਟਰਸਟ ਨੂੰ ਪੇ ਕਰਨ ਦੇ ਵਿੱਚ ਨਿਕਲ ਜਾਂਦੀ ਆ। ਇਸ ਕਾਰਨ ਸੇਵਿੰਗ ਘੱਟ ਹੋਣ ਦੇ ਕਾਰਨ ਉਹਨਾਂ ਕੋਲ ਇਨਵੈਸਟਮੈਂਟ ਨਹੀਂ ਬਚਦੀ। ਸੇਵਿੰਗ ਘੱਟ ਹੋਣ ਕਾਰਨ ਇਨਵੈਸਟਮੈਂਟ ਨਹੀਂ ਬਚਦੀ ਕਿ ਉਹ ਆਪਣੇ ਐਗਰੀਕਲਚਰ ਸੈਕਟਰ ਦੇ ਵਿੱਚ ਅਤੇ ਸਮੋਲ ਇੰਡਸਟਰੀ ਸੈਕਟਰ ਦੇ ਵਿੱਚ ਉਹ ਇਨਵੈਸਟਮੈਂਟ ਕਰ ਸਕਣ ਆਪਣੇ ਬਿਜ਼ਨਸ ਨੂੰ ਅੱਗੇ ਡਿਵੈਲਪ ਕਰਨ ਦੇ ਲਈ। ਇਸ ਲਈ ਇਨਐਡਿਕੁਏਟ ਬੈਂਕਿੰਗ ਫੈਸਿਲਿਟੀ ਹੋਣ ਦੇ ਕਾਰਨ ਵੀ ਇੰਡੀਅਨ ਇਕੋਨਮੀ ਇੱਕ ਅੰਡਰ ਡਿਵੈਲਪਡ ਇਕੋਨਮੀ ਹੈ। ਨੈਕਸਟ ਇਜ਼ ਲੈਸ ਡਿਵੈਲਪਮੈਂਟ ਆਫ ਮੀਨਸ ਆਫ ਟਰਾਂਸਪੋਰਟ। ਮੀਨਸ ਆਫ ਟਰਾਂਸਪੋਰਟ ਲਾਈਕ ਰੇਲਵੇਜ਼ ਹੋ ਗਿਆ, ਰੋਡਸ ਹੋ ਗਿਆ, ਏਅਰਲਾਈਨਸ, ਵਾਟਰਵੇਜ਼, ਇਹਨਾਂ ਦੀ ਜਿਹੜੀ ਆ ਮੀਨਸ ਆਫ ਟਰਾਂਸਪੋਰਟ ਦੀ ਵੀ ਬਹੁਤ ਜ਼ਿਆਦਾ ਪ੍ਰੋਪਰ ਡਿਵੈਲਪ ਨਹੀਂ ਹੋਏ ਹੈਗੇ। ਮੀਨਸ ਆਫ ਟਰਾਂਸਪੋਰਟ ਦੇ ਅੰਡਰ ਡਿਵੈਲਪ ਹੋਣ ਦੇ ਕਾਰਨ ਜਿਹੜੇ ਐਗਰੀਕਲਚਰ ਨਾਲ ਰਿਲੇਟਡ ਜਿਹੜੇ ਫਾਰਮਰਸ ਆ ਉਹਨਾਂ ਨੂੰ ਆਪਣੇ ਫੂਡ ਗ੍ਰੇਨਸ ਪ੍ਰੋਡਕਸ਼ਨ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲਿਜਾਣਾ ਬਹੁਤ ਹੀ ਡਿਫੀਕਲਟ ਹੁੰਦਾ ਆ। ਸੇਮ ਇਸੀ ਤਰ੍ਹਾਂ ਇਸ ਕਰਕੇ ਉਹਨਾਂ ਨੂੰ ਕਿ ਆਪਣੇ ਸੇਮ ਵਿਲੇਜ ਦੇ ਵਿੱਚ ਉੱਥੇ ਹੀ ਅਨਇਕਨੋਮਿਕ ਪ੍ਰਾਈਸ 'ਤੇ ਸੇਲ ਕਰਨਾ ਪੈਂਦਾ ਉਹਨਾਂ ਨੂੰ ਆਪਣਾ ਪ੍ਰੋਡਕਸ਼ਨ। ਜਿਹੜੇ ਇੰਡਸਟਰੀ ਸੈਕਟਰ ਆ ਉਹਨਾਂ ਨੂੰ ਵੀ ਬਹੁਤ ਸਾਰੀ ਡਿਫੀਕਲਟੀਜ਼ ਫੇਸ ਕਰਨੀਆਂ ਪੈਂਦੀਆਂ ਲਾਈਕ ਰॉ ਮਟੀਰੀਅਲ ਜਾਂ ਕੋਲਾ ਹੋ ਗਿਆ, ਉਹਨਾਂ ਦੀ ਸ਼ੋਰਟੇਜ ਦੇ ਕਾਰਨ ਮੀਨਸ ਆਫ ਟਰਾਂਸਪੋਰਟ ਦੀ ਸ਼ੋਰਟੇਜ ਦੇ ਕਾਰਨ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਹਾਈ ਪ੍ਰਾਈਸਿਸ 'ਤੇ ਮਿਲਦੇ ਆ। ਇੰਡੀਆ ਦੇ ਵਿੱਚ ਦੇਅਰ ਆਰ 5.2 ਕਿਲੋਮੀਟਰ ਆਫ ਰੇਲਵੇ ਲਾਈਨਸ ਪਰ 1 ਲੱਖ ਪੋਪੂਲੇਸ਼ਨ ਦੇ ਪਿੱਛੇ ਆ ਐਂਡ ਜਦ ਕਿ ਕੈਨੇਡਾ ਦੇ ਵਿੱਚ ਇਹ ਕੀ ਆ 169 ਕਿਲੋਮੀਟਰ ਆਫ ਰੇਲਵੇ ਲਾਈਨਸ ਪਰ 1 ਲੱਖ ਪੋਪੂਲੇਸ਼ਨ। ਦੈਟ ਮੀਨਸ ਕਿ ਮੀਨਸ ਆਫ ਟਰਾਂਸਪੋਰਟ ਵੀ ਇੰਡੀਆ ਦੇ ਵਿੱਚ ਪੂਰੀ ਤਰ੍ਹਾਂ ਡਿਵੈਲਪ ਨਹੀਂ ਹੈ, ਜਿਸ ਕਾਰਨ ਜਿਹੜੀ ਇੰਡੀਅਨ ਇਕੋਨਮੀ ਆ ਇੱਕ ਹਜੇ ਵੀ ਇੱਕ ਅੰਡਰ ਡਿਵੈਲਪਡ ਇਕੋਨਮੀ ਆ। ਨੈਕਸਟ ਇਜ਼ ਪ੍ਰੈਸ਼ਰ ਆਫ ਪੋਪੂਲੇਸ਼ਨ। ਇੰਡੀਆ ਦੇ ਵਿੱਚ ਵਰਲਡ ਦੀ ਟੋਟਲ ਪੋਪੂਲੇਸ਼ਨ ਦਾ 80% ਜਿਹੜਾ ਵਰਲਡ ਦੀ ਟੋਟਲ ਪੋਪੂਲੇਸ਼ਨ ਦਾ ਹਿੱਸਾ ਉਹ ਇੰਡੀਆ ਦੇ ਵਿੱਚ ਰਹਿੰਦਾ ਆ ਐਂਡ ਇੰਡੀਆ ਵਰਲਡ ਏਰੀਆ ਦਾ ਸਿਰਫ 2.4% ਇੰਡੀਆ ਦੇ ਕੋਲ ਆ। ਦੈਟ ਮੀਨਸ ਟੋਟਲ ਪੋਪੂਲੇਸ਼ਨ ਦਾ 18% ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਪੋਪੂਲੇਸ਼ਨ ਰਹਿੰਦੀ ਆ, ਸਿਰਫ 2.4% ਏਰੀਆ ਇੰਡੀਆ ਦੇ ਕੋਲ ਆ। ਦੈਟ ਮੀਨਸ ਕਿ ਪੋਪੂਲੇਸ਼ਨ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਐਂਡ ਇੰਡੀਆ ਦੇ ਵਿੱਚ ਪੋਪੂਲੇਸ਼ਨ ਗਰੋਥ ਰੇਟ ਆ ਜਿਹੜੀ ਉਹ ਵੀ ਬਹੁਤ ਜ਼ਿਆਦਾ ਹਾਈ ਆ। ਬਿਕੋਜ਼ ਆਫ ਹਾਈ ਗਰੋਥ ਰੇਟ ਆਫ ਪੋਪੂਲੇਸ਼ਨ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਲਾਈਕ ਫੂਡ ਸ਼ੋਰਟੇਜ, ਅਨਐਮਪਲੋਇਮੈਂਟ। ਇਹਨਾਂ ਸਾਰੀਆਂ ਪ੍ਰੋਬਲਮਸ ਦੇ ਕਾਰਨ ਲੋਕਾਂ ਦੇ ਵਿੱਚ ਅਨਐਮਪਲੋਇਮੈਂਟ ਹੋਣ ਦੇ ਕਾਰਨ ਲੋਕਾਂ ਵਿੱਚ ਇਨਕਮ ਲੈਵਲ ਘੱਟ ਹੁੰਦਾ, ਇਨਕਮ ਘੱਟ ਹੁੰਦੀ ਆ ਅਤੇ ਲੋਕ ਪਾਵਰਟੀ ਲੈਵਲ ਵੀ ਇਨਕਰੀਜ਼ ਹੁੰਦਾ, ਜਿਸ ਕਾਰਨ ਜਿਹੜੀ ਇੰਡੀਅਨ ਇਕੋਨਮੀ ਆ ਹੋਰ ਅੰਡਰ ਡਿਵੈਲਪਡ ਬਣਦੀ ਜਾਂਦੀ ਆ। ਨੈਕਸਟ ਇਜ਼ ਅਨਐਮਪਲੋਇਮੈਂਟ ਐਂਡ ਅੰਡਰ ਐਮਪਲੋਇਮੈਂਟ। ਇੰਡੀਆ ਦੇ ਵਿੱਚ ਜਿਹੜਾ ਪ੍ਰੋਪਰ ਇੰਡਸਟਰੀਅਲ ਸੈਕਟਰ ਡਿਵੈਲਪ ਨਹੀਂ ਹੈਗਾ, ਨਾ ਹੀ ਸਰਵਿਸ ਸੈਕਟਰ ਇੰਨਾ ਡਿਵੈਲਪ ਹੈਗਾ। ਸਿਰਫ ਐਗਰੀਕਲਚਰ ਸੈਕਟਰ 'ਤੇ ਸਾਡੀ 46.3% ਜਿਹੜੀ ਪੋਪੂਲੇਸ਼ਨ ਆ 46.2 ਪੋਪੂਲੇਸ਼ਨ ਐਗਰੀਕਲਚਰ ਸੈਕਟਰ 'ਚ ਇੰਗੇਜਡ ਆ। ਪ੍ਰੋਪਰ
ਇੰਡਸਟਰੀਅਲ ਸੈਕਟਰ ਨਾ ਹੋਣ ਦੇ ਕਾਰਨ ਇੰਡੀਆ ਦੇ ਵਿੱਚ ਜਿਹੜੀ ਅਨਐਮਪਲੋਇਮੈਂਟ ਰੇਟ ਬਹੁਤ ਜ਼ਿਆਦਾ ਆ, ਜਿਸ ਕਾਰਨ ਜਿਹੜੀ ਗਰੋਥ ਰੇਟ, ਪ੍ਰੋਡਕਸ਼ਨ ਰੇਟ, ਹਰ ਇੱਕ ਚੀਜ਼, ਇਨਕਮ ਲੈਵਲ, ਲੋ ਰੇਟ ਆਫ ਇਨਵੈਸਟਮੈਂਟ ਵੀ ਹੈ, ਜਿਸ ਕਾਰਨ ਸੇਵਿੰਗ ਵੀ ਘੱਟ ਆ, ਇਨਵੈਸਟਮੈਂਟ ਵੀ ਘੱਟ ਆ, ਜਿਸ ਕਾਰਨ ਜਿਹੜੀ ਇੰਡੀਆ ਦੀ ਗਰੋਥ ਰੇਟ ਆ ਉਹ ਵੀ ਬਹੁਤ ਘੱਟ ਆ। ਨੈਕਸਟ ਇਜ਼ ਲੈਕ ਆਫ ਕੈਪੀਟਲ। ਕੈਪੀਟਲ ਫੋਰਮੇਸ਼ਨ ਕਿਸੇ ਵੀ ਕੰਟਰੀ ਦੇ ਇਕਨੋਮਿਕ ਡਿਵੈਲਪਮੈਂਟ ਲਈ ਬਹੁਤ ਜ਼ਰੂਰੀ ਹੁੰਦੀ ਆ, ਬਟ ਇੰਡੀਆ ਦੇ ਵਿੱਚ ਲੋ ਸੇਵਿੰਗ ਅਤੇ ਲੋ ਇਨਵੈਸਟਮੈਂਟ ਹੋਣ ਦੇ ਬਹੁਤ ਸਾਰੇ ਕਾਰਨ ਆ। ਲਾਈਕ ਜਿਹੜੇ ਰਿਚ ਕਲਾਸ ਆ, ਜਿਨ੍ਹਾਂ ਕੋਲ ਇਨਕਮ ਜ਼ਿਆਦਾ ਹੁੰਦੀ ਆ, ਉਹ ਆਪਣੀ ਜ਼ਿਆਦਾਤਰ ਜਿਹੜੀ ਸਪੈਂਡਿੰਗ ਕਿਸ ਚੀਜ਼ 'ਤੇ ਕਰਦੇ ਆ, ਲਗਜ਼ਰੀ ਗੁੱਡਸ 'ਤੇ ਸਪੈਂਡ ਕਰ ਦਿੰਦੇ ਆ। ਇੰਡੀਆ ਦੇ ਵਿੱਚ ਬੈਂਕਿੰਗ ਫੈਸਿਲਿਟੀਜ਼ ਘੱਟ ਹੋਣ ਕਾਰਨ, ਬੈਂਕਿੰਗ ਫੈਸਿਲਿਟੀ ਘੱਟ ਹੁੰਦੀ, ਇਸ ਕਾਰਨ ਸੇਵਿੰਗ ਘੱਟ ਹੁੰਦੀ ਹੈ, ਅਤੇ ਲੈਕ ਆਫ ਪ੍ਰੋਪਰ ਇਨਵੈਸਟਮੈਂਟ ਓਪਰਚੁਨਿਟੀਜ਼ ਦੀ ਇੰਡੀਆ ਦੇ ਵਿੱਚ ਕਮੀ ਹੈ, ਜਿਸ ਕਾਰਨ ਜਿਹੜਾ ਆ ਕੈਪੀਟਲ ਫੋਰਮੇਸ਼ਨ ਹੈ ਇੰਡੀਆ ਦੇ ਵਿੱਚ ਬਹੁਤ ਘੱਟ ਆ। ਨੈਕਸਟ ਇਜ਼ ਅੰਡਰ ਡਿਵੈਲਪਡ ਨੈਚੁਰਲ ਰਿਸੋਰਸ। ਅੰਡਰ ਡਿਵੈਲਪਡ ਨੈਚੁਰਲ ਰਿਸੋਰਸ ਭਾਵੇਂ ਇੰਡੀਆ ਦੇ ਵਿੱਚ ਲਾਈਕ ਨੈਚੁਰਲ ਰਿਸੋਰਸ ਵਾਟਰ, ਮਿਨਰਲਸ ਹੋ ਗਏ ਐਂਡ ਫੋਰੈਸਟ ਬਹੁਤ ਜ਼ਿਆਦਾ, ਬਟ ਇਹਨਾਂ ਨੂੰ ਫੁੱਲੀ ਤਰ੍ਹਾਂ ਇੰਡੀਆ ਦੇ ਵਿੱਚ ਯੂਟੀਲਾਈਜ਼ ਨਹੀਂ ਕੀਤਾ ਜਾਂਦਾ। ਲਾਈਕ ਐਗਰੀਕਲਚਰ ਸੈਕਟਰ ਆ, ਬਟ ਐਗਰੀਕਲਚਰ ਵਿੱਚ ਪ੍ਰੋਪਰ ਇਰੀਗੇਸ਼ਨ ਫੈਸਿਲਿਟੀਜ਼ ਨਾ ਹੀ ਹੋਣ ਕਾਰਨ ਉਸਦਾ ਪੂਰੀ ਤਰ੍ਹਾਂ ਯੂਟੀਲਾਈਜ਼ ਨਹੀਂ ਕੀਤਾ ਜਾ ਸਕਦਾ। ਇਟਸ ਫੁੱਲੀ ਯੂਟੀਲਾਈਜੇਸ਼ਨ ਨਾ ਹੋਣ ਦੇ ਕਾਰਨ ਨੈਚੁਰਲ ਰਿਸੋਰਸ ਆ, ਉਸ ਦੇ ਕਾਰਨ ਵੀ ਜਿਹੜੀ ਇੰਡੀਅਨ ਇਕੋਨਮੀ ਇੱਕ ਅੰਡਰ ਡਿਵੈਲਪਡ ਇਕੋਨਮੀ ਆ। ਨੈਕਸਟ ਇਜ਼ ਸ਼ੋਰਟੇਜ ਆਫ ਏਬਲ ਐਂਡ ਐਫੀਸ਼ੀਐਂਟ ਐਂਟਰਪ੍ਰੀਨੋਰ। ਕਿਸੇ ਵੀ ਕੰਟਰੀ ਦੇ ਇਕਨੋਮਿਕ ਗਰੋਥ ਦੇ ਲਈ ਕਿਸੇ ਐਫੀਸ਼ੀਐਂਟ ਐਂਟਰਪ੍ਰੀਨੋਰਸ ਦਾ ਹੋਣਾ ਬਹੁਤ ਜ਼ਰੂਰੀ ਆ, ਬਟ ਇੰਡੀਆ ਦੇ ਵਿੱਚ ਜਿਹੜੇ ਏਬਲ ਅਤੇ ਐਫੀਸ਼ੀਐਂਟ ਐਂਟਰਪ੍ਰੀਨੋਰਸ ਦੀ ਕਮੀ ਹੈ, ਜਿਸ ਕਾਰਨ ਜਿਹੜੀ ਇੰਡੀਅਨ ਇਕੋਨਮੀ ਆ ਇੱਕ ਅੰਡਰ ਡਿਵੈਲਪਡ ਇਕੋਨਮੀ ਆ। ਨੈਕਸਟ ਇਜ਼ ਆਊਟਡੇਟਡ ਸੋਸ਼ਲ ਇੰਸਟੀਟਿਊਸ਼ਨ। ਜਿਹੜੀ ਇੰਡੀਅਨ ਇਕੋਨਮੀ ਆ, ਇੰਡੀਆ ਦੇ ਵਿੱਚ ਜਿਹੜੇ ਪਾਪੂਲੇਸ਼ਨ ਆ ਜ਼ਿਆਦਾਤਰ, ਉਹ ਕਸਟਮਸ ਹੋ ਗਏ, ਕਾਸਟ ਸਿਸਟਮ ਦੇ ਵਿੱਚ ਹੋ ਗਿਆ, ਜੁਆਇੰਟ ਫੈਮਿਲੀ ਸਿਸਟਮ, ਲੋ ਆਫ ਸਕਸੈਸ਼ਨ, ਕਸਟਮਸ, ਰਿਲੀਜੀਅਸ, ਇਹਨਾਂ ਸਾਰੀਆਂ ਮਤਲਬ ਕਿ ਪ੍ਰੋਬਲਮਸ ਦੇ ਵਿੱਚ, ਜਾਂ ਕਹਿ ਲਓ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਲਝੇ ਰਹਿੰਦੇ ਆ, ਜਿਸ ਕਾਰਨ ਇਹ ਸਾਰੀਆਂ ਇੱਕ ਕਿਸਮ ਦੀ ਓਬਸਟੈਕਲਸ ਆ ਇੰਡੀਅਨ ਇਕੋਨਮੀ ਦੇ ਡਿਵੈਲਪਮੈਂਟ ਦੇ ਵਿੱਚ, ਜਿਸ ਕਾਰਨ ਇਹਨਾਂ ਸਾਰੇ ਚੀਜ਼ਾਂ ਦੇ ਕਾਰਨ ਵੀ ਜਿਹੜੀ ਇੰਡੀਅਨ ਇਕੋਨਮੀ ਇੱਕ ਅੰਡਰ ਡਿਵੈਲਪ ਇਕੋਨਮੀ ਕਹੀ ਜਾਂਦੀ ਹੈ। ਨੈਕਸਟ ਇਜ਼ ਲੋ ਗ੍ਰੇਡ ਹਿਊਮਨ ਕੈਪੀਟਲ। ਲੋ ਗ੍ਰੇਡ ਹਿਊਮਨ ਕੈਪੀਟਲਸ ਮੀਨ ਲਾਈਕ ਜਿਹੜੀ ਇੰਡੀਆ 'ਚ ਜਿਹੜੇ ਲੋਕੀ ਆ, ਪਾਪੂਲੇਸ਼ਨ ਆ ਜ਼ਿਆਦਾਤਰ ਇੰਡੀਆ ਜਿਹੜੀ ਪਾਪੂਲੇਸ਼ਨ ਆ ਉਹ ਪਾਵਰਟੀ ਲਾਈਨ, ਪੂਅਰ ਕਲਾਸ ਵਿੱਚ ਪੂਅਰ ਕਲਾਸ 'ਚ ਆ। ਦੈਟ ਮੀਨਸ ਕਿ ਸਿਰਫ ਜਿਹੜੀ ਰਿਚ ਕਲਾਸ ਆ, ਅਮੀਰ ਲੋਕ ਘੱਟ ਇੰਡੀਆ ਦੇ, ਜ਼ਿਆਦਾਤਰ ਲੋਕ ਗਰੀਬ ਆ, ਇਸ ਕਾਰਨ ਜਿਹੜਾ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਆ ਉਹ ਵੀ ਘੱਟ ਹੁੰਦਾ ਆ, ਕਿਉਂਕਿ ਉਹਨਾਂ ਦੀ ਇਨਕਮ ਘੱਟ ਹੁੰਦੀ ਹੈ। ਇਨਕਮ ਘੱਟ ਹੋਣ ਕਾਰਨ ਉਹਨਾਂ ਦਾ ਸਟੈਂਡਰਡ ਆਫ ਲਿਵਿੰਗ ਘੱਟ ਹੁੰਦਾ, ਕਿਉਂਕਿ ਉਹਨਾਂ ਨੂੰ ਸਫੀਸ਼ੀਐਂਟ ਫੂਡ ਨਹੀਂ ਮਿਲਦਾ। ਸਫੀਸ਼ੀਐਂਟ ਫੂਡ ਨਾ ਮਿਲਣ ਕਰਕੇ ਇਸ ਕਾਰਨ ਉਹਨਾਂ ਦੀ ਐਫੀਸ਼ੀਐਂਸੀ ਘੱਟ ਹੁੰਦੀ ਆ। ਐਫੀਸ਼ੀਐਂਸੀ ਘੱਟ ਹੋਣ ਦੇ ਕਾਰਨ ਉਹਨਾਂ ਦੀ ਪ੍ਰੋਡਕਟੀਵਿਟੀ ਘੱਟ ਹੁੰਦੀ ਆ। ਪ੍ਰੋਡਕਟੀਵਿਟੀ ਘੱਟ ਹੋਣ ਕਾਰਨ ਇੰਡੀਆ ਦੀ ਜਿਹੜੀ ਇਕਨੋਮਿਕ ਗਰੋਥ ਆ ਉਹ ਵੀ ਘੱਟ ਹੁੰਦੀ ਆ। ਇਸ ਤਰ੍ਹਾਂ ਮਤਲਬ ਕਿ ਜਿਹੜੀ ਇੰਡੀਆ ਦੀ ਹਿਊਮਨ ਕੈਪੀਟਲ ਆ ਉਹ ਵੀ ਲੋ ਕਿਸਮ ਦੀ ਆ, ਲੋ ਸਟੈਂਡਰਡ ਦੀ ਹੁੰਦੀ ਆ। ਨੈਕਸਟ ਇਜ਼ ਪੂਅਰ ਟੈਕਨੋਲੋਜੀ। ਇੰਡੀਆ ਦੇ ਵਿੱਚ ਜਿਹੜੀ ਜ਼ਿਆਦਾਤਰ ਇੰਡਸਟਰੀਜ਼ ਆ, ਉਹਨਾਂ ਦੇ ਵਿੱਚ ਜਿਹੜੀ ਟੈਕਨੋਲੋਜੀ ਨੂੰ ਯੂਜ਼ ਕੀਤਾ ਜਾਂਦਾ ਉਹ ਪੁਰਾਣੀ ਕਿਸਮ ਦੀ ਟੈਕਨੋਲੋਜੀ ਨੂੰ ਯੂਜ਼ ਕੀਤਾ ਜਾਂਦਾ ਪ੍ਰੋਡਕਸ਼ਨ ਕਰਨ ਦੇ ਲਈ, ਜਿਸ ਕਾਰਨ ਉਸਦੀ ਜਿਹੜੀ ਪ੍ਰੋਡਕਟੀਵਿਟੀ ਆ ਉਹ ਵੀ ਘੱਟ ਹੁੰਦੀ ਆ। ਐਂਡ ਐਗਰੀਕਲਚਰ ਸੈਕਟਰ ਹੋ ਗਿਆ, ਉਸ ਦੇ ਵਿੱਚ ਵੀ ਜਿਹੜੇ ਮਾਡਰਨ ਇਕਵਿਪਮੈਂਟਸ ਹੋ ਗਏ ਜਾਂ ਨਿਊ ਕਿਸਮ ਦੇ ਵਰਾਇਟੀ ਆਫ ਸੀਡਸ ਨੂੰ ਨਹੀਂ ਯੂਜ਼ ਕੀਤਾ, ਕੈਮੀਕਲ ਫਰਟੀਲਾਈਜ਼ਰ ਨੂੰ ਇੰਨਾ ਯੂਜ਼ ਨਹੀਂ ਕੀਤਾ ਜਾਂਦਾ, ਜਿਸ ਕਾਰਨ ਜਿਹੜੀ ਉਹਦੀ ਪ੍ਰੋਡਕਟੀਵਿਟੀ ਆ ਪਰ ਹੈਕਟਰ ਉਹ ਵੀ ਘੱਟ ਹੁੰਦੀ ਆ। ਨੈਕਸਟ ਇਜ਼ ਡਿਊਲਿਸਟਿਕ ਇਕਨੋਮਿਕ ਸਟਰਕਚਰ। ਜਿਹੜੀ ਇੰਡੀਅਨ ਇਕੋਨਮੀ ਹੈ ਇੱਕ ਡਿਊਲਿਸਟਿਕ ਇਕੋਨਮੀ ਆ। ਡਿਊਲਿਸਟਿਕ ਇਕੋਨਮੀ ਉਸਨੂੰ ਕਿਹਾ ਜਾਂਦਾ ਜਿਸ ਵਿੱਚ ਦੋ ਤਰ੍ਹਾਂ ਦੇ ਇਕਨੋਮਿਕ ਸਟਰਕਚਰ ਹੁੰਦੇ ਆ। ਫਸਟ ਵਨ ਇਜ਼ ਹਾਈਲੀ ਡਿਵੈਲਪਡ ਸੈਕਟਰ, ਸੈਕੰਡ ਇਜ਼ ਸਬਸਿਸਟੈਂਟ ਸੈਕਟਰ। ਹਾਈਲੀ ਡਿਵੈਲਪਡ ਸੈਕਟਰ ਵਿੱਚ ਅਸੀਂ ਇਨਕਲੂਡ ਕਰਦੇ ਹਾਂ ਐਕਸਪੋਰਟ ਓਰੀਐਂਟਡ ਯੂਨਿਟਸ, ਮਲਟੀਨੈਸ਼ਨਲ ਕਾਰਪੋਰੇਸ਼ਨ ਹੋ ਗਿਆ ਜਿਹੜੇ ਇੰਡੀਆ ਦੇ ਵਿੱਚ ਵਰਕ ਕਰਦੇ ਆ, ਬਿਜ਼ਨਸ ਯੂਨਿਟਸ ਹੋ ਗਿਆ, ਬਿਗ ਇੰਡਸਟਰੀਜ਼ ਹਾਊਸ ਹੋ ਗਏ, ਇਹਨਾਂ ਸਾਰਿਆਂ ਨੂੰ ਅਸੀਂ ਹਾਈਲੀ ਡਿਵੈਲਪਡ ਸੈਕਟਰ ਕਿਹਾ ਜਾਂਦਾ ਹੈ। ਸੈਕੰਡ ਇਜ਼ ਸਬਸਿਸਟੈਂਟ ਸੈਕਟਰ, ਜਿਸ ਵਿੱਚ ਹੋ ਗਿਆ ਐਗਰੀਕਲਚਰ ਸੈਕਟਰ ਹੋ ਗਿਆ, ਸਮੋਲ ਬਿਜ਼ਨਸ ਯੂਨਿਟਸ ਹੋ ਗਏ, ਵਿਲੇਜ ਇੰਡਸਟਰੀਜ਼ ਹੋ ਗਈਆਂ ਜਿਹੜੀਆਂ ਸਮੋਲ ਹੋ ਗਿਆ, ਸਮੋਲ ਸਕੇਲ ਇੰਡਸਟਰੀਜ਼। ਇਸ ਸੈਕਟਰ ਦੀ ਜਿਹੜੀ ਇਨਕਮ ਹੁੰਦੀ ਆ ਉਹ ਬਹੁਤ ਘੱਟ ਹੁੰਦੀ ਆ।
ਇਸ ਸੈਕਟਰ ਵਿੱਚ ਜਿਹੜੇ ਜ਼ਿਆਦਾਤਰ ਪੀਪਲ ਆ ਉਹ ਇੰਗੇਜਡ ਹੁੰਦੇ ਆ ਫੋਰ ਸਿਰਫ ਆਪਣੇ ਲਾਈਵਲੀਹੁੱਡ ਲਈ, ਕਿ ਉਹਨਾਂ ਨੂੰ ਸਿਰਫ ਆਪਣੇ ਰੋਜ਼ਮਰਰਾ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ, ਉਨੀ ਕੁ ਉਹਨਾਂ ਨੂੰ ਇਨਕਮ ਮਿਲ ਜੇ, ਇੰਨਾ ਬਹੁਤ ਹੁੰਦਾ ਉਹਨਾਂ ਲਈ। ਇਸ ਸੈਕਟਰ ਦੇ ਵਿੱਚ ਜਿਹੜੀ ਇਨਕਮ ਲੈਵਲ ਘੱਟ ਹੁੰਦਾ, ਬਟ ਹਾਈਲੀ ਡਿਵੈਲਪਡ ਸੈਕਟਰ ਦੇ ਵਿੱਚ ਜਿਹੜੇ ਪਰਸਨ ਕੰਮ ਕਰਦੇ ਆ ਉਹਨਾਂ ਦੀ ਜਿਹੜਾ ਲੈਵਲ ਆਫ ਇਨਕਮ ਉਹ ਜ਼ਿਆਦਾ ਹੁੰਦਾ ਹੈ। that is but poverty is the main characteristics of Indian economy। that means ਕਿ ਜਿਹੜੀ ਇੱਕ ਇੰਡੀਅਨ ਇਕੋਨਮੀ ਦੇ ਅੰਡਰ ਡਿਵੈਲਪਡ ਹੋਣ ਦਾ ਮੇਨ ਰੀਜ਼ਨ ਕੀ ਆ, ਕਿ ਇੰਡੀਆ ਦੇ ਵਿੱਚ ਜਿਹੜੀ ਪੂਅਰ ਜਨਤਾ, ਪਾਵਰਟੀ ਜ਼ਿਆਦਾ ਆ, ਰਿਚ ਕਲਾਸ ਪਾਵਰਟੀ ਜ਼ਿਆਦਾ ਹੋਣ ਦੇ ਕਾਰਨ ਲੋਕਾਂ ਦਾ, ਕਿਉਂਕਿ ਇਨਕਮ ਲੈਵਲ ਘੱਟ ਹੁੰਦਾ, ਇਨਕਮ ਘੱਟ ਕਾਰਨ ਹੁਣ ਉਹਨਾਂ ਦੀ ਐਫੀਸ਼ੀਐਂਸੀ ਨਹੀਂ ਹੁੰਦੀ, ਐਫੀਸ਼ੀਐਂਸੀ ਨਾ ਹੋਣ ਕਾਰਨ ਉਹਨਾਂ ਦੀ ਪ੍ਰੋਡਕਟੀਵਿਟੀ ਨਹੀਂ ਹੁੰਦੀ, ਪ੍ਰੋਡਕਟੀਵਿਟੀ ਨਾ ਹੋਣ ਕਾਰਨ ਇਨਕਮ ਨਹੀਂ ਹੁੰਦੀ ਤਾਂ ਸੇਵਿੰਗ ਨਹੀਂ ਹੁੰਦੀ ਤਾਂ ਇਨਵੈਸਟਮੈਂਟ ਨਹੀਂ ਹੁੰਦੀ, ਜਿਸ ਕਾਰਨ ਜਿਹੜੀ ਇਕਨੋਮਿਕ ਗਰੋਥ ਰੇਟ ਆ ਉਹ ਇੰਡੀਆ ਦੇ ਵਿੱਚ ਨਹੀਂ ਹੁੰਦੀ, ਜਿਸ ਕਾਰਨ ਇਕਨੋਮਿਕ ਗਰੋਥ ਰੇਟ ਇੰਡੀਆ ਦੇ ਵਿੱਚ ਬਹੁਤ ਘੱਟ ਆ, ਜਿਸ ਕਾਰਨ ਜਿਹੜੀ ਇੰਡੀਅਨ ਇਕੋਨਮੀ ਹੈ ਇੱਕ ਅੰਡਰ ਡਿਵੈਲਪਡ ਇਕੋਨਮੀ ਆ ਹਜੇ ਵੀ।